ਇੱਥੇ ਕਰਨ ਤਾਂ ਇੰਟਰਵਿਊ ਆਇਆ ਸੀਗਾ, ਪਰ ਸੁਖਵਿੰਦਰ ਬਾਈ ਕਹਿੰਦਾ ਵੀ ਬੋਲਣਾ। ਮੈਂ ਕਿਹਾ ਯਾਰ ਤੁਸੀਂ ਮੇਰੇ ਉੱਤੇ ਪੱਖੀ ਪੱਤਰਕਾਰ ਦਾ ਟੈਗ ਨਾ ਲਵਾ ਦਿਓ, ਪਹਿਲਾਂ ਹੀ ਲੋਕ ਕਹਿੰਦੇ ਵੀ ਇਹ ਪੱਖੀ ਹੈ। ਗੋਦੀ ਮੀਡੀਆ ਨੂੰ ਆਪਾਂ ਵੇਖਦੇ ਆ, ਉੱਥੇ ਪੱਖੀ ਜਿਹੜਾ ਪੱਤਰਕਾਰ ਦੇ ਨਾਲ ਪੱਖੀ ਸ਼ਬਦ ਲੱਗਿਆ ਵਾ ਉਹ ਕੁਝ ਅਲੱਗ ਹੈ, ਤੇ ਉਹ ਬਦਨਾਮੀ ਪਰਮਾਤਮਾ ਆਪ ਬਚਾਵੇ ਉਸ ਬਦਨਾਮੀ ਤੋਂ। ਪੱਖੀ ਪੱਤਰਕਾਰ ਆ, ਸਮਾਜ ਪੱਖੀ ਹੋਈਏ ਤਾਂ ਉਹਦੇ ਵਿੱਚ ਕੋਈ ਡਰ ਨਹੀਂ। ਜਦੋਂ ਅਸੀਂ ਕਿਤੇ ਜਾਈਦਾ ਹੈ ਨਾ ਪ੍ਰੋਗਰਾਮ ਦੇ ਵਿੱਚ, ਤਾਂ ਇੱਕ ਫਿਤਰਤ ਹੈ, ਮਨੁੱਖ ਮਤਲਬ ਕਿ ਬਹੁਤ ਕੁਝ ਸੋਚਦਾ ਰਹਿੰਦਾ ਹੈ ਵੀ ਉੱਥੇ ਇੰਨਾ ਇਕੱਠ ਹੋਊਗਾ, ਮੈਂ ਕਿਸ ਦੀ ਇੰਟਰਵਿਊ ਕਰਾਂਗਾ, ਕਿਵੇਂ ਕਰਾਂਗੇ, ਕਿੱਧਰੋਂ ਜਾਵਾਂਗੇ। ਮੈਂ ਸੋਚਦਾ ਸੀ, ਮੈਂ ਕਿਹਾ ਯਾਰ ਹੁਣ ਤੇ ਬਈ ਲੇਟ ਹੋ ਗਏ ਆਪਾਂ, ਵੀ ਹੁਣ ਤੇ ਵੜ ਨਹੀਂ ਹੋਣਾ, ਵੀ ਜਦੋਂ ਹਸਤੀਆਂ ਨੀਚੇ ਉਤਰਨਗੀਆਂ ਫੇਰ ਹੀ ਆਪਾਂ ਇੰਟਰਵਿਊ ਕਰ ਸਕਾਂਗੇ। ਪਰ ਇੱਥੇ ਤਾਂ ਸਾਰਾ ਹੀ ਕੁਝ ਖਾਲੀ ਪਿਆ ਸੀ। ਮੈਂ ਕਹਿੰਦਾ ਇੱਥੋਂ ਦੀ ਗੱਡੀ ਘੁਮਾ ਕੇ ਇੱਧਰ ਨੂੰ ਘੁਮਾ ਦਿਓ, ਇੱਧਰ ਨੂੰ ਘੁਮਾ ਦਿਓ, ਜਿੱਧਰ ਮਰਜ਼ੀ ਦੀ ਗੱਡੀ ਘੁਮਾ ਲਿਓ, ਇੰਨੀ ਸਪੇਸ ਹੈਗੀ ਹੈ। ਇਹ ਪਿੰਡ ਸਰਾਬਾ ਬੋਲਦਾ ਬਾਈ ਜੀ, ਸਰਾਬਾ ਪਿੰਡ, ਉਸ ਯੋਧੇ ਦਾ ਪਿੰਡ ਜਿਨੇ ਸਾਡੇ ਲਈ ਬਲਿਦਾਨ ਦਿੱਤਾ, ਕੁਰਬਾਨੀ ਦਿੱਤੀ। ਪਰ ਉਸ ਪਿੰਡ ਦੇ ਲੋਕ ਹੀ ਇਕੱਠੇ ਨਾ ਹੋਣੇ, ਜਾਂ ਤਾਂ ਫਿਰ ਇਹ ਪ੍ਰਬੰਧਕਾਂ ਦੀ ਕਮੀ ਰਹੀ ਹੈ, ਜਾਂ ਫਿਰ ਅਸੀਂ ਇਹ ਮੰਨਦੇ ਹਾਂ ਵੀ ਚਲੋ ਉਹ ਤੇ ਉਦੋਂ ਦਾ ਸਮਾਂ ਸੀ, ਹੁਣ ਅਸੀਂ ਕੀ ਲੈਣਾ, ਉੱਥੇ ਤਾਂ ਪੁਲਿਸ ਆਈ ਹੋਊਗੀ, ਉੱਥੇ ਤਾਂ ਏਜੰਸੀਆਂ ਦੇ ਬੰਦੇ ਹੋਣਗੇ, ਵੀ ਛੱਡੋ। ਨਹੀਂ ਯਾਰ, ਐਵੇਂ ਨਾ ਕਰਿਆ ਕਰੋ। 19 ਸਾਲ ਦਾ ਯੋਧਾ ਮੈਂ ਕਹਿੰਦਾ, ਪਰ ਅੱਜ ਇੱਥੇ ਬਜ਼ੁਰਗ ਦਿਸ ਰਹੇ ਆ ਜ਼ਿਆਦਾ। ਕੋਈ 19 ਸਾਲ ਦਾ ਮੇਰਾ ਵੀਰ ਹੈਗਾ, ਕਰਿਓ ਹੱਥ ਖੜਾ। ਹੈ 19 ਸਾਲ ਦਾ ਕੋਈ ਵੀਰ? ਨਹੀਂ ਹੈ। ਤੇ ਅੱਜ ਸਾਡੀਆਂ ਮਾਵਾਂ, ਪਤਾ ਬੱਚਾ ਜਦੋਂ 2 ਕੁ ਸਾਲ ਦਾ ਹੁੰਦਾ ਹੈ, ਕੋਈ ਮਹਿਮਾਨ ਆਉਂਦਾ ਹੈ ਤਾਂ ਫਖਰ ਦੇ ਨਾਲ ਪਤਾ ਕੀ ਸੁਣਾਉਂਦੇ ਆ, ਵੀ ਹੁਣ ਦੇਖਿਓ ਜੀ ਇਹ 2 ਸਾਲ ਦਾ ਹੀ ਆ, ਜੇ ਦੇਖਿਓ ਸਾਰਾ ਕੁਝ ਦੱਸੇਗਾ। ਪੁੱਤ ਨੋਜੀ ਕਿੱਥੇ ਆ? ਯਾਰ ਦੱਸੋ ਨੋਜੀ, ਇਹ ਨੋਜੀ ਹੈ। ਤੇ ਜਦੋਂ ਬੱਚਾ ਉਹਦੀ ਨਲੀ ਚ ਹੁੰਦੀ ਆ ਨਾ, ਨੱਕ ਚੋਂ, ਫੇਰ ਵੀ ਕਹਿੰਦੀ ਨੋਜੀ ਗਿਰ ਗਈ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਨੋਜੀ ਆ, ਵੀ ਨੋਜੀ ਕਿਹੜੀ ਡਿੱਗੀ। ਮੈਂ ਇੱਕ ਵੀਰ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਯਾਰ ਕਿਸਾਨਾਂ ਨੇ ਵਧੀਆ ਮੋਰਚਾ ਸੰਭਾਲ ਲਿਆ ਟਾਈਮ ਦੇ ਨਾਲ, ਮਤਲਬ ਕਿ ਵਧੀਆ ਕੰਮ ਕਰ ਰਹੇ ਨੇ। ਹੁਣ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ ਨੇ ਪੂਰੀਆਂ। ਕਹਿੰਦਾ ਕੁਛ ਨਹੀਂ ਨਿਕਲਣਾ ਬਾਈ। ਮੈਂ ਕਿਹਾ ਕਿਉਂ? ਕਹਿੰਦਾ ਅਗਲਿਆਂ ਕੋਲ ਹਥਿਆਰ ਆ, ਤੇ ਕਿੱਥੇ ਕਿੱਥੇ ਤੱਕ ਹਥਿਆਰ ਵਾੜ ਦਿੱਤੇ, ਕਹਿੰਦਾ ਪਤਾ ਹੀ ਨਹੀਂ ਹੈ। ਤੇ ਇਹ ਖਾਲੀ ਹੱਥੀ ਲੜੀ ਜਾ ਰਹੇ ਆ, ਅਖਬਾਰਾਂ 'ਚ ਬਸ ਲਿਖ ਕੇ ਪ੍ਰੈਸ ਬਿਆਨ ਜਾਂ ਦੇ ਦਿੰਦੇ ਆ, ਦੂਜੇ ਦਿਨ ਲੱਗ ਜਾਂਦੇ ਆ। ਕਹਿੰਦਾ ਕੁਝ ਨਹੀਂ ਹੋਣਾ ਬਾਈ, ਮੈਂ ਵੀ ਇੱਥੇ ਹੀ ਆ। ਫਿਰ ਮੈਂ ਕਿਹਾ ਯਾਰ ਤੈਨੂੰ ਸਿੱਖ ਕੌਮ ਦਾ ਸ਼ਾਇਦ ਤੈਂ ਇਤਿਹਾਸ ਨਹੀਂ ਪੜ੍ਹਿਆ। ਜਦੋਂ ਬੱਚਾ ਪੇਪਰ ਦੇ ਕੇ ਆਉਂਦਾ ਨਾ, ਮਾਂ ਪਤਾ ਕੀ ਪੁੱਛਦੀ ਹੈ? ਮਾਂ ਇਹ ਨਹੀਂ ਪੁੱਛਦੀ ਪੁੱਤ ਕਿੰਨੇ ਨੰਬਰ ਆਏ, ਮਾਂ ਕਹਿੰਦੀ ਫਲਾਣੇ ਮੁੰਡੇ ਦੇ ਕਿੰਨੇ ਨੰਬਰ ਆਏ, ਫਲਾਣੀ ਦੇ ਕਿੰਨੇ ਨੰਬਰ ਆਏ, ਉਹਦੀ ਕੁੜੀ ਦੇ ਕਿੰਨੇ ਨੰਬਰ ਆਏ। ਤੇ ਉਹ ਦੱਸਦੀ ਆ ਜੀ ਉਹਦੇ ਇੰਨੇ ਆਏ, ਮੇਰੇ ਥੋੜੇ ਜਿਹੇ ਘੱਟ ਆਏ, ਤੇਰੇ ਘੱਟ ਕਿਉਂ ਆਏ। ਫਿਰ ਖਬਰਾਂ ਪਤਾ ਕੀ ਆਉਂਦੀਆਂ ਜੀ, 7ਵੀਂ ਜਮਾਤ ਦੀ ਕੁੜੀ ਦੇ 98% ਨੰਬਰ ਆਏ, ਪਰ ਉਸਨੇ ਖੁਦਕੁਸ਼ੀ ਕਰ ਲਈ। ਲੋਕਾਂ ਦੇ ਹੁਣ ਅਸੀਂ ਇੱਥੋਂ ਤੱਕ, ਅਸੀਂ ਵਿੱਚੇ ਮੈਂ ਇੱਥੋਂ ਤੱਕ ਛਿੱਤਰ ਖਾਣ ਦੇ ਆਦੀ ਹੋ ਗਏ ਆ ਵੀ ਜੇ ਸਾਨੂੰ ਕੋਈ ਕਵੇ ਨਾ ਵੀ ਯਾਰ ਤੁਹਾਡਾ ਰੋਜ਼ 15 ਛਿੱਤਰ ਮਾਰਾਂਗੇ, ਅਸੀਂ ਕਹਿਣਾ ਬਾਈ ਇੱਕ ਮਸ਼ੀਨ ਲਾ ਲਓ, ਜਲਦੀ ਜਲਦੀ ਮਾਰਿਓ ਛਿੱਤਰ, ਸਾਡੇ ਕੋਲ ਟਾਈਮ ਨਹੀਂ ਹੈ, ਅਸੀਂ ਹੋਰ ਕੰਮ ਕਰਨੇ ਹੁੰਦੇ ਆ। ਬਾਪੂ ਜੀ, ਬਜ਼ੁਰਗੋ, ਤੁਸੀਂ ਉਹ ਬੋੜ ਹੋ ਜਿਨ੍ਹਾਂ ਦੀਆਂ ਅਸੀਂ ਟਾਹਣੀਆਂ, ਦਰਖਤ ਨਾਲੋਂ ਟਾਹਣੀ ਟੁੱਟ ਗਈ, ਟਾਹਣੀ ਸੁੱਕ ਜਾਂਦੀ ਹੈ। ਤੁਸੀਂ ਬੋੜ ਹੋ ਜਦੋਂ ਹਵਾਵਾਂ ਆਉਂਦੀਆਂ ਨੇ ਤਾਂ ਦਰਖਤ ਬਹੁਤ, ਟਾਹਣੀਆਂ ਜਿਹੜੀਆਂ ਹੁੰਦੀਆਂ ਨੇ ਉਹ ਜੇ ਦਰਖਤ ਮਜ਼ਬੂਤ ਹੁੰਦਾ ਹੈ ਤਾਂ ਫਿਰ ਟਾਹਣੀਆਂ ਨਹੀਂ ਟੁੱਟਦੀਆਂ। ਸੋ ਤੁਸੀਂ ਮਜ਼ਬੂਤ ਰਹੋ, ਆਪਣੀਆਂ ਟਾਹਣੀਆਂ ਨੂੰ ਆਪ ਬਚਾਓ, ਆਪਣੇ ਬੱਚਿਆਂ ਨੂੰ ਆਪ ਚੰਗੀ ਸਿੱਖਿਆ ਦਿਓ, ਤਾਂ ਜੋ ਆਉਣ ਵਾਲਾ ਜੋ ਘਾਤਕ ਸਮਾਂ ਉਸ ਦੇ ਲਈ ਵੀ ਅਸੀਂ ਆਪਣੇ ਬੱਚਿਆਂ ਨੂੰ ਤਿਆਰ ਕਰ ਸਕੀਏ। ਨਹੀਂ ਤਾਂ ਫਿਰ ਉਹ ਦਿਨ ਦੂਰ ਨਹੀਂ ਜਦੋਂ ਕਿਹਾ ਕਰਨਗੇ, ਜਾਂ ਹੁਣ ਵੀ ਕਹਿੰਦੇ ਨੇ ਵੀ ਛੱਡ ਯਾਰ, ਇਹ ਤਾਂ ਉਹਦੇ ਘਰ ਅੱਗ ਲੱਗੀ ਹੈ, ਸਾਡਾ ਕੀ ਹੈ। ਪੰਜਾਬੀ ਲੋਕ ਚੈਨਲ ਦੇ ਪੱਤਰਕਾਰ
बड़े उगे पत्रकार जगदीप सिंह थली जिन्हां नूं अक्सर ही तुसीं सुणदे रहंदे हो, ते मैं उन्हां नूं बेनती करदा कि अपने पर विचार जरूर प्रगट करन। सरदार जगदीप सिंह थली जी। वाहिगुरू जी का खालसा वाहिगुरू जी की फतेह। मैं इत्थे करन तां इंटरव्यू आया सीगा, पर सुखविंदर बाई कहना भी बोलना। मैं कहा यार तुसीं मेरे उत्ते पक्षी पत्रकार दा टैग ना लवा दिओ। पहले ही लोग कहंदे भी ये पक्षी है। चलो खैर पक्षी भी लग जे, पर एक पासे नूं चंगे पासे नूं लगे। जिवें अज गोदी मीडिया नूं आपां वेखदे आ, उत्थे पक्षी जिहड़ा पत्रकार दे नाल पक्षी शब्द लग्या वा वो कुछ अलग है, ते वो बदनामी परमात्मा आप बचावे उस बदनामी तो। पक्षी पत्रकार आ, समाज पक्षी होईए तां उहदे विच कोई डर नहीं। जदों रोपड़ तो तुरे पिंड सराबा पहली बार इधर आउणा होया, जदों असीं किते जाईदा है ना प्रोग्राम दे विच, तां एक फितरत है मनुख, मतलब कि बहुत कुछ सोचदा रहिंदा है भी उत्थे इन्ना इकट्ठ होऊगा, मैं किस दी इंटरव्यू करांगा, किवें करांगे, किधरों जावांगे। मैं सोचदा सी, मैं कहा यार हुण ते बई लेट हो गए आपां, भी हुण ते वड़ नहीं होना, भी जदों हस्तियां नीचे उतरनगियां फेर ही आपां इंटरव्यू कर सकांगे। पर इत्थे तां सारा ही कुछ खाली पिया सी। मैं कहना इत्थों दी गड्डी घुमा के इधर नूं घुमा दिओ, इधर नूं घुमा दिओ, जिधर मर्जी दी गड्डी घुमा लिओ, इन्नी इन्नी स्पेस हैगी है। ते पिंड सराबा बोलदा बाई जी, सराबा पिंड उस योधे दा पिंड जिन्हें साडे लई बलिदान देता, कुर्बानी दिती। पर अस उस पिंड दे लोग ही इकट्ठे ना होने, जां तां फिर प्रबंधकां दी कमी रही है, जां फिर असीं ये मानते हैं भी चलो वो तो उदों का समा सी, हुण असीं की लैणा, उत्थे तां पुलिस आई होगी, उत्थे तां एजेंसियां दे बंदे होणगे, भी छड्डो। नहीं यार एवें ना करया करो। ये शहीदां दियां शहीदियां नूं सੱਟ मारन वाली गल है। 19 साल का योधा मैं कहना, पर अज इत्थे बजुर्ग दिस रहे आ ज़्यादा। कोई 19 साल का मेरा वीर हैगा, करियो हत्थ खड़ा, है 19 साल का कोई वीर? नहीं है। ते उस वेले 19 साल की उम्र दे विच की कुछ कर दिता। सिर्फ पंजाबियां लई हो रहे धक्के लई नहीं लड़िया करतार सिंह सराभा। करतार सिंह सराभा जी लिए लड़े, उन्होंने पंजाबी बोली का भी ध्यान रखिया। पर अज असीं अपनियां भाषावां नालों भी टुट गए हैं। मैं ये नहीं कहता भी दूजे सूबियां वाले भी पंजाबी नूं पहल देण, पर यार अपनी मां नूं तां सांभ लिओ। ते अज साडियां मावां, पता बच्चा जदों 2 कुछ साल का हुंदा है, कोई मेहमान आउंदा है तां फखर दे नाल पता की सुणाउंदे आ भी हुण देखियो जी ये 2 साल का ही आ, जे देखियो सारा कुछ दसेगा। पुत नोजी कित्थे आ? यार दसो नोजी, ये नोजी है। ते जदों बच्चा उहदी नली च आउंदी आ ना, नक चों, फिर भी कहनी नोजी गिर गई। मैनूं ये नहीं समझ आउंदी भी ये नोजी आ, भी नोजी किहड़ी डिग्गी। एक मैनूं माता बोली, कहनी दस सब कुछ दसदा, कहनी पुत नोजी कित्थे आ? उन्हें दस दिया। थोड़ी देर बाद कहनी ओहो नोजी डिग्गी। मैं देखा, मैं क्या पता नहीं नाके गिर गया इहदा। सो मेन गल है, असीं सत्कार सारियां भाषावां नूं देना है। चाचियां ताइयां नूं सत्कार दिंदे आ आपां अपणियां नूं, बाकी भाषावां साडियां चाचियां ताइयां वर्गियां ने। पर जो प्यार माँ दे सकती है वो माँ ही दे सकती है। अज सानू उस माँ दे लई भी लड़ना पै रहा। सारियां नूं नहीं, जिहड़े स्टेज तो कुछ कुछ बंदे बोले सी, बाकी आपां सिर हिला के चले जाते हैं। ये चीज़ नहीं होनी चाहिए। ये आउण वाले समय दे विच साडे लई बहुत घातक समा आ रहा वीरो। मैं एक वीर नाल गल कर रहा सी, मैं कहा यार किसानां ने वधिया मोर्चा संभाल लिया टाइम दे नाल, मतलब कि वधिया काम कर रहे हैं। हुण किसान जथेबंदियां डटियां होईयां ने पूरियां, कहना कुछ नहीं निकलना बाई। मैं कहा क्यों?
ਕਹਿੰਦਾ ਅਗਲਿਆਂ ਕੋਲ ਹਥਿਆਰ ਆ ਤੇ ਕਿੱਥੇ ਕਿੱਥੇ ਤੱਕ ਹਥਿਆਰ ਵਾੜ ਦਿੱਤੇ, ਕਹਿੰਦਾ ਪਤਾ ਹੀ ਨਹੀਂ ਹੈ। ਤੇ ਇਹ ਖਾਲੀ ਹੱਥੀ ਲੜੀ ਜਾ ਰਹੇ ਆ, ਅਖਬਾਰਾਂ 'ਚ ਬਸ ਲਿਖ ਕੇ ਪ੍ਰੈਸ ਬਿਆਨ ਜਾਂ ਦੇ ਦਿੰਦੇ ਆ, ਦੂਜੇ ਦਿਨ ਲੱਗ ਜਾਂਦੇ ਆ, ਕਹਿੰਦਾ ਕੁਝ ਨਹੀਂ ਹੋਣਾ ਬਾਈ, ਮੈਂ ਵੀ ਇੱਥੇ ਹੀ ਆ। ਫਿਰ ਮੈਂ ਕਿਹਾ ਯਾਰ ਤੈਨੂੰ ਸਿੱਖ ਕੌਮ ਦਾ ਸ਼ਾਇਦ ਤੈਂ ਇਤਿਹਾਸ ਨਹੀਂ ਪੜ੍ਹਿਆ। ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਸਮੇਂ ਵੀ ਤਾਂ ਹਥਿਆਰਾਂ ਨਾਲੇ ਜੰਗਾਂ ਹੁੰਦੀਆਂ ਸੀ, ਉਦੋਂ ਵੀ ਤਾਂ ਇਹੀ ਸੀ, ਕਹਿੰਦਾ ਉਦੋਂ ਕਿਹੜਾ ਸਰਕਾਰਾਂ ਵਾਲਾ ਰਾਜ ਸੀ। ਮੈਂ ਕਿਹਾ ਵਾਹ ਵੀ ਤੈਂ ਤਾਂ ਪੜ੍ਹਿਆ, ਸਿੱਖ ਕੌਮ ਦਾ ਇਤਿਹਾਸ ਪੜ੍ਹਿਆ, ਪਰ ਤੈਂ ਪੜ੍ਹਿਆ ਨਹੀਂ ਚੰਗੀ ਤਰ੍ਹਾਂ। ਕਹਿੰਦਾ ਮੈਨੂੰ ਸਭ ਪਤਾ ਇਹੀ ਹੈ, ਪਰ ਮੈਂ ਕਿਹਾ ਯਾਰ ਜ਼ਫਰਨਾਮਾ ਪਤਾ ਤੈਨੂੰ, ਮੈਨੂੰ ਦੱਸ ਉੱਥੇ ਕਿਹੜਾ ਹਥਿਆਰ ਕੰਮ ਕੀਤਾ ਸੀ। ਵੀਰਿਓ ਕਲਮ 'ਚ ਇੰਨੀ ਤਾਕਤ ਹੈ, ਇਸ ਜ਼ਫਰਨਾਮੇ ਨੂੰ ਪੜ੍ਹ ਕੇ ਦੇਖਿਓ। ਔਰੰਗਜ਼ੇਬ ਦੀ ਮੌਤ ਫਿਰ ਕਿਵੇਂ ਹੋਈ ਹੈ, ਕਿਹੜੀ ਤਲਵਾਰ ਚਲਾਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ? ਕਲਮ ਰੂਪੀ ਤਲਵਾਰ ਚਲਾਈ ਸੀ। ਪਰ ਦੁੱਖ ਉਦੋਂ ਹੁੰਦਾ ਹੈ ਜਦੋਂ ਕਿਸੇ ਸੰਘਰਸ਼ ਦੇ ਵਿੱਚ ਜਾਈਦਾ, ਉੱਥੇ ਇੰਨੇ ਕੁ ਲੋਕ ਮਿਲਣ। ਹਾਂ ਇਹ ਵੀ ਗੱਲ ਠੀਕ ਹੈ ਬਈ ਜਿਹੜੇ ਯੋਧੇ ਹੁੰਦੇ ਨੇ, ਸੂਰਮੇ ਹੁੰਦੇ ਨੇ, ਉਹ ਗਿਣਤੀ 'ਚ ਘੱਟ ਹੁੰਦੇ ਨੇ। ਸੋ ਹੁਣ ਅਸੀਂ ਤੁਹਾਨੂੰ ਲੋਕਾਂ ਨੂੰ ਸੂਰਮੇ ਮੰਨਦੇ ਹਾਂ, ਯੋਧੇ ਮੰਨਦੇ ਹਾਂ, ਪਰ ਮੈਂ ਉਹਨਾਂ ਭੈਣਾਂ ਨੂੰ, ਉਹਨਾਂ ਬੀਬੀਆਂ ਨੂੰ ਜ਼ਰੂਰ ਕਹਾਂਗਾ ਮਾਤਾ ਭਾਗ ਕੌਰ ਜੀ ਵੱਲ ਜ਼ਰੂਰ ਵੇਖਣ। ਸਾਡੇ ਸਮੇਂ ਦੇ ਵਿੱਚ ਮੇਰੀ ਦਾਦੀ, ਰਾਤ ਨੂੰ ਅਸੀਂ ਕੋਠੇ ਦੇ ਉੱਤੇ, ਛੱਤ ਦੇ ਉੱਤੇ ਮੰਜੇ ਡਾਲਣੇ ਤੇ ਉਹਨਾਂ ਨੇ ਕਹਾਣੀਆਂ ਸੁਣਾਉਣੀਆਂ, ਸਾਹਿਬਜ਼ਾਦਿਆਂ ਨਾਲ ਕੀ ਹੋਇਆ, ਪਰਿਵਾਰ ਵਿਛੋੜੇ ਤੋਂ ਕਿਵੇਂ ਵਿਛੜੇ, ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਕੀ ਕੁਝ ਹੋਇਆ। ਤੇ ਫਿਰ ਮਾਤਾ ਗੁਜਰ ਕੌਰ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਕਿਵੇਂ ਉਹਨਾਂ ਦੇ ਅੰਦਰ ਇੱਕ ਤਾਕਤ ਭਰੀ, ਉਹ ਸਾਰਾ ਕੁਝ ਦੱਸਦੀਆਂ ਸੀ। ਪਰ ਮੈਂ ਇਹ ਦਾਅਵਾ ਕਰਦਾ ਆਉਣ ਵਾਲੇ 10 ਸਾਲਾਂ ਦੇ ਵਿੱਚ ਕੋਈ ਦਾਦੀ ਜਿਹੜੀ ਆਪਣੇ ਪੋਤਿਆਂ ਨੂੰ ਕੀ ਸਿਖਾਏਗੀ, ਆਪਣੇ ਧਰਮ ਨਾਲ ਜੋੜੇਗੀ। ਅੱਜ ਅਸੀਂ ਨਫ਼ਰਤਾਂ ਇਸ ਕਦਰ ਪੈਦਾ ਕਰ ਲਈਆਂ, ਗੁਆਂਢੀ ਤੋਂ ਜਲ ਰਿਹਾ ਹੈ। ਅੱਜ ਵੀਰੋ ਇੱਕ ਗੱਲ ਜ਼ਰੂਰ ਸੁਣਿਓ, ਇਹ ਸੁਣਨ ਵਾਲੀ ਹੈ। ਐਗਜ਼ਾਮ ਦੇ ਕੇ ਆਉਂਦੇ ਆ ਨਾ ਬੱਚੇ, ਚਾਹੇ ਪਹਿਲੀ ਕਲਾਸ ਦਾ ਐਗਜ਼ਾਮ ਹੋਵੇ, ਇਹ ਚੀਜ਼ ਇਸ ਲਈ ਕਹਿਣ ਲੱਗਿਆ, ਇਹ ਉਦਾਹਰਨ ਇਸ ਲਈ ਦੇਣ ਲੱਗਿਆ ਕਿਉਂਕਿ ਭਰਾ ਦਾ ਕਤਲ ਕਿਉਂ ਕਰ ਰਿਹਾ ਹੈ, ਗੁਆਂਢੀ ਦਾ ਕਤਲ ਕਿਉਂ ਕਰ ਰਿਹਾ ਹੈ। ਲੋ ਫਿਰ ਹੁਣ ਸੁਣਿਓ, ਜਦੋਂ ਬੱਚਾ ਪੇਪਰ ਦੇ ਕੇ ਆਉਂਦਾ ਨਾ, ਮਾਂ ਪਤਾ ਕੀ ਪੁੱਛਦੀ ਹੈ? ਮਾਂ ਇਹ ਨਹੀਂ ਪੁੱਛਦੀ ਪੁੱਤ ਕਿੰਨੇ ਨੰਬਰ ਆਏ, ਮਾਂ ਕਹਿੰਦੀ ਫਲਾਣੇ ਮੁੰਡੇ ਦੇ ਕਿੰਨੇ ਨੰਬਰ ਆਏ, ਫਲਾਣੀ ਦੇ ਕਿੰਨੇ ਨੰਬਰ ਆਏ, ਉਹਦੀ ਕੁੜੀ ਦੇ ਕਿੰਨੇ ਨੰਬਰ ਆਏ। ਤੇ ਉਹ ਦੱਸਦੀ ਆ ਜੀ ਉਹਦੇ ਇੰਨੇ ਆਏ, ਮੇਰੇ ਥੋੜੇ ਜਿਹੇ ਘੱਟ ਆਏ, ਤੇਰੇ ਘੱਟ ਕਿਉਂ ਆਏ? ਫਿਰ ਖਬਰਾਂ ਪਤਾ ਕੀ ਆਉਂਦੀਆਂ ਜੀ, 7ਵੀਂ ਜਮਾਤ ਦੀ ਕੁੜੀ ਦੇ 98% ਨੰਬਰ ਆਏ, ਪਰ ਉਸਨੇ ਖੁਦਕੁਸ਼ੀ ਕਰ ਲਈ। ਹੁਣ ਤੁਸੀਂ ਦਿਮਾਗ ਲਾ ਕੇ ਦੇਖੋ ਬਈ 98% ਵਾਲਾ ਕੋਈ ਖੁਦਕੁਸ਼ੀ ਕਰ ਲੂਗਾ? 70% ਨੰਬਰ ਆਉਂਦੇ ਸੀ, ਸਾਡੇ ਮਾਤਾ ਪਿਤਾ ਸਾਨੂੰ ਕਹਿੰਦੇ ਸੀ ਸਾਈਕਲ ਲਿਆ ਕੇ ਦਵਾਂਗੇ, ਛਾਲਾਂ ਮਾਰਦੇ ਸੀ, ਤੇ ਇੱਥੇ 98% ਵਾਲੇ ਆਤਮ ਹੱਤਿਆਵਾਂ ਕਰੀ ਜਾ ਰਹੇ ਆ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਨਹੀਂ ਹੈ ਵੀ ਉਹਦੇ 98 ਆਏ 2% ਘਟੇ, ਉਹਦਾ ਕਾਰਨ ਇਹ ਹੈ ਵੀ ਅਸੀਂ ਪਰਿਵਾਰ ਨੇ ਅੱਗ ਇਹ ਲਾਈ ਹੋਈ ਸੀ ਬਈ ਜੇ ਤੇਰੇ ਉਹਦੇ ਨਾਲੋਂ ਘਟੇ ਫੇਰ ਦੇਖੀ, ਤੇ ਫੇਰ ਦੇਖੀ ਵਾਲੇ ਕੰਮ 'ਚ ਜੇ ਉਹਦੇ 99 ਆ ਗਏ, ਸਾਡੇ ਵਾਲੀ ਦੇ 98 ਆ ਗਏ, ਫਿਰ ਅਗਲਾ ਖੁਦਕੁਸ਼ੀ ਕਰ ਗਿਆ। ਇਸ ਤਰ੍ਹਾਂ ਹੀ ਗੱਡੀਆਂ ਨੂੰ, ਇਹਦੇ ਕੋਲ ਮਰੂਤੀ ਹੈ, ਉਹਦੇ ਕੋਲ ਦੂਜੀ ਹੈ ਜੀ, ਜ਼ਮੀਨਾਂ ਦਾ ਮਤਲਬ ਕਿ ਮੁਕਾਬਲਾ, ਆਪਾਂ ਕੰਪੀਟੀਸ਼ਨ ਦੇਣ ਲੱਗ ਗਏ। ਨਹੀਂ, ਬੱਚਿਆਂ ਦੇ ਵਿੱਚ ਇਹ ਭਾਵਨਾ ਨਾ ਪੈਦਾ ਕਰੋ। ਬੱਚਿਆਂ ਦੇ ਵਿੱਚ ਕੰਪੀਟੀਸ਼ਨ ਦੀ ਭਾਵਨਾ ਜੋ ਇੱਕ ਨਫ਼ਰਤ ਦੀ ਅੱਗ ਫੈਲਾ ਰਹੀ ਹੈ, ਆਪਣੇ ਬੱਚੇ ਨੂੰ ਹੁਸ਼ਿਆਰ ਕਰੋ, ਆਪਣੇ ਬੱਚੇ ਨੂੰ ਦੂਜੇ ਦੇ ਮੁਕਾਬਲੇ ਨਾ ਦੇਖੋ। ਆਪਣੇ ਬੱਚੇ ਨੂੰ ਜੇ ਉਹਦੇ 98% ਨੰਬਰ ਆਏ ਆ, ਤੁਸੀਂ ਨਹੀਂ ਚਾਹੁੰਦੇ ਹੋ ਵੀ ਉਹਦੇ 100% ਹੋਣੇ ਚਾਹੀਦੇ ਆ, ਤਾਂ ਉਹਨੂੰ ਇਹ ਨਾ ਕਹੋ ਵੀ ਤੇਰੇ ਫਲਾਣੇ ਦੇ ਬੰਦੇ ਦੇ 99 ਆ ਗਏ ਤਾਂ ਤੇਰੇ 100 ਹੋਣੇ ਚਾਹੀਦੇ। ਉਹਨੂੰ ਕਹੋ ਬੇਟੇ ਜਿਹੜੇ 2% ਆ ਇਹਨੂੰ ਵੀ ਕਵਰ ਕਰ ਤੇ ਸਾਡਾ ਨਾਂ ਰੋਸ਼ਨ ਕੀਤਾ। ਆਪਣੇ ਬੱਚੇ ਨੂੰ ਹੱਲਾਸ਼ੇਰੀ ਦਿਓ
ਤੇ ਅੱਜ ਭਰਾ ਭਰਾ ਦਾ ਵੈਰੀ ਕਿਉਂ ਹੈ? ਕਿਉਂਕਿ ਜਦੋਂ ਇਕੱਠੇ ਆ ਘਰ ਦੇ ਵਿੱਚ, ਦੋ ਭਰਾ ਵਿਆਹ ਹੋ ਗਏ, ਦੋ ਨੂੰਹਾਂ ਆ ਗਈਆਂ, ਤੇ ਸੱਸ ਕੀ ਕਹਿੰਦੀ ਹੈ, ਪੁੱਤ ਆ ਰੋਟੀ ਉੱਪਰ ਜਾ ਕੇ ਖਾ ਲਾ, ਤੇਰੇ ਲਈ ਆਹ ਬਚੀ ਹੋਈ ਸੀ, ਆ ਤੈਨੂੰ ਦੇਤੀ ਮੈਂ ਸਬਜ਼ੀ, ਉਹਨੂੰ ਨਾ ਦੱਸੀ ਬਚੀ ਹੋਈ ਸੀ। ਅਗਲੇ ਨੂੰ ਹੋ ਗਿਆ ਵੀ ਹਾਂ ਮੇਰਾ ਕਰਦੇ, ਹੌਲੀ 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 ਚੱਲੀ ਗਿਆ ਇਹ ਰੀਤ। ਦੂਜੀ ਨੂੰ ਲੱਗ ਗਿਆ ਪਤਾ ਵੀ ਹਾਂ ਇਹ ਕੰਮ ਹੋਇਆ ਹੈ, ਮਾਫ ਕਰਿਓ ਵਿਸ਼ਾ ਅੱਜ ਦਾ ਹੋਰ ਸੀ, ਮੈਂ ਹੋਰ ਪਾਸੇ ਨੂੰ ਲੈ ਗਿਆ, ਪਰ ਇਹ ਸਾਡੀ ਨੌਜਵਾਨੀ ਦੇ ਨਾਲ ਜੁੜਿਆ ਹੋਇਆ, ਇਸ ਕਰਕੇ ਇਹ ਗੱਲ ਕਰਨੀ ਜ਼ਰੂਰੀ ਹੈ ਵੀ ਯਾਰ ਆਪਣੇ ਬੱਚਿਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਨਫ਼ਰਤ ਨਾ ਸਿਖਾਓ। ਇਹ ਯੋਧੇ ਬਣਨਗੇ, ਪਰ ਜਦੋਂ ਇਹਨਾਂ ਦੇ ਅੰਦਰੋਂ ਇੱਕ ਨਫ਼ਰਤ ਨਿਕਲੇਗੀ, ਨਫ਼ਰਤ ਕੰਪੀਟੀਸ਼ਨ ਕਰਵਾਉਣਾ, ਇਹਨਾਂ ਨੂੰ ਗੱਲਾਂ ਦੱਸਣੀਆਂ, ਤਾਂ ਸਾਡੇ ਅਸਲ ਵੈਰੀ ਲੋਕਾਂ ਦੇ ਹੁਣ ਅਸੀਂ ਇੱਥੋਂ ਤੱਕ, ਅਸੀਂ ਵਿੱਚੇ ਮੈਂ ਇੱਥੋਂ ਤੱਕ ਛਿੱਤਰ ਖਾਣ ਦੇ ਆਦੀ ਹੋ ਗਏ ਆ ਵੀ ਜੇ ਸਾਨੂੰ ਕੋਈ ਕਵੇ ਨਾ ਵੀ ਯਾਰ ਤੁਹਾਡਾ ਰੋਜ਼ 15 ਛਿੱਤਰ ਮਾਰਾਂਗੇ, ਅਸੀਂ ਕਹਿਣਾ ਬਾਈ ਇੱਕ ਮਸ਼ੀਨ ਲਾ ਲਓ, ਜਲਦੀ ਜਲਦੀ ਮਾਰਿਓ ਛਿੱਤਰ, ਸਾਡੇ ਕੋਲ ਟਾਈਮ ਨਹੀਂ ਹੈ, ਅਸੀਂ ਹੋਰ ਕੰਮ ਕਰਨੇ ਹੁੰਦੇ ਆ। ਸੋ ਜਿਹੀ ਫਿਤਰਤ ਨਾ ਰੱਖੀਏ। ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਇਹ ਪਿੰਡ ਹੈ, ਬਹੁਤ ਸਾਰੀਆਂ ਅਜੇ ਲੜਾਈਆਂ ਲੜਨੀਆਂ। ਕਿਸਾਨੀ 26 ਤਰੀਕ ਨੂੰ ਕਿਸਾਨ ਭਰਾ ਸਾਡੇ ਦਿੱਲੀ ਜਾ ਰਹੇ ਨੇ, ਸੋ ਉਹਨਾਂ ਵੱਲ ਵੀ ਧਿਆਨ ਦੇਣਾ ਹੈ, ਪਰ ਆਪਣੇ ਬੱਚਿਆਂ ਨੂੰ ਅਜਿਹੇ ਯੋਧਿਆਂ ਦੀਆਂ ਸਾਖੀਆਂ ਗੱਲਾਂ ਜ਼ਰੂਰ ਸੁਣਾਓ। ਜੇ ਸੁਣਾਈਆਂ ਹੁੰਦੀਆਂ ਤਾਂ ਫਿਰ ਅੱਜ ਇੱਥੇ ਪੈਰ ਰੱਖਣ ਨੂੰ ਥਾਂ ਨਾ ਮਿਲਦਾ। ਸੋ ਜ਼ਰੂਰ ਕਹਾਂਗਾ, ਕਿਉਂਕਿ ਹਰ ਮੁੱਦਾ ਸਾਡੀ ਜਵਾਨੀ ਤੋਂ ਸ਼ੁਰੂ ਹੋਣਾ ਹੈ, ਤੇ ਕਿਉਂਕਿ ਜਵਾਨਾਂ ਨੇ ਕਦਮ ਪੁੱਟਣੇ ਆ, ਤੇ ਤੁਸੀਂ ਬਜ਼ੁਰਗ ਵੀਰੋ, ਬਾਪੂ ਜੀ, ਬਜ਼ੁਰਗੋ, ਤੁਸੀਂ ਉਹ ਬੋੜ ਹੋ ਜਿਨ੍ਹਾਂ ਦੀਆਂ ਅਸੀਂ ਟਾਹਣੀਆਂ, ਦਰਖਤ ਨਾਲੋਂ ਟਾਹਣੀ ਟੁੱਟ ਗਈ, ਟਾਹਣੀ ਸੁੱਕ ਜਾਂਦੀ ਹੈ। ਤੁਸੀਂ ਬੋੜ ਹੋ, ਜਦੋਂ ਹਵਾਵਾਂ ਆਉਂਦੀਆਂ ਨੇ ਤਾਂ ਦਰਖਤ ਬਹੁਤ, ਟਾਹਣੀਆਂ ਜਿਹੜੀਆਂ ਹੁੰਦੀਆਂ ਨੇ, ਉਹ ਜੇ ਦਰਖਤ ਮਜ਼ਬੂਤ ਹੁੰਦਾ ਹੈ ਤਾਂ ਫਿਰ ਟਾਹਣੀਆਂ ਨਹੀਂ ਟੁੱਟਦੀਆਂ। ਸੋ ਤੁਸੀਂ ਮਜ਼ਬੂਤ ਰਹੋ, ਆਪਣੀਆਂ ਟਾਹਣੀਆਂ ਨੂੰ ਆਪ ਬਚਾਓ, ਆਪਣੇ ਬੱਚਿਆਂ ਨੂੰ ਆਪ ਚੰਗੀ ਸਿੱਖਿਆ ਦਿਓ, ਤਾਂ ਜੋ ਆਉਣ ਵਾਲਾ ਜੋ ਘਾਤਕ ਸਮਾਂ ਉਸ ਦੇ ਲਈ ਵੀ ਅਸੀਂ ਆਪਣੇ ਬੱਚਿਆਂ ਨੂੰ ਤਿਆਰ ਕਰ ਸਕੀਏ। ਨਹੀਂ ਤਾਂ ਫਿਰ ਉਹ ਦਿਨ ਦੂਰ ਨਹੀਂ ਜਦੋਂ ਕਿਹਾ ਕਰਨਗੇ, ਜਾਂ ਹੁਣ ਵੀ ਕਹਿੰਦੇ ਨੇ ਵੀ ਛੱਡ ਯਾਰ, ਉਹ ਤਾਂ ਉਹਦੇ ਘਰ ਅੱਗ ਲੱਗੀ ਹੈ, ਸਾਡਾ ਕੀ ਹੈ। ਇਹ ਸਮਾਂ ਦੂਰ ਨਹੀਂ ਹੈ, ਆ ਹੀ ਗਿਆ ਹੈ। ਸੋ ਅਜਿਹੀ ਗੱਲ ਨਾ ਹੋਵੇ। ਘਰਾਂ ਦੇ ਵਿੱਚ ਜੋ ਦੀਵੇ ਨੇ ਬੁਝੇ ਲੱਗਦੇ ਨੇ, ਬੇਸ਼ੱਕ ਅੱਜ ਤਕਨੀਕੀ ਯੁੱਗ ਨੇ ਬਹੁਤ ਤਰੱਕੀ ਕੀਤੀ ਹੈ, ਲਾਈਟਾਂ ਬਲਦੀਆਂ ਨੇ, ਵਧੀਆ ਵਧੀਆ ਲਾਈਟਾਂ, ਕੋਠੀਆਂ ਬਣਾ ਲੀਆਂ, ਉਹਨਾਂ ਵਿੱਚ ਵੱਡੇ ਵੱਡੇ ਆਪਾਂ ਨੇ 10 ਲਾਈਟਾਂ ਵਾਲੇ ਝੂਮਰ ਵੀ ਲਾ ਲਏ, ਪਰ ਉਹਨਾਂ ਦੇ ਬਾਵਜੂਦ ਵੀ ਅੱਜ ਹਨੇਰਾ ਹਨੇਰਾ ਜਾਪਦਾ ਹੈ। ਪਰ ਇਹ ਹਨੇਰਾ ਅਸੀਂ ਦੂਰ ਕਰਨਾ ਹੈ, ਇਕੱਠੇ ਹੋ ਕੇ ਕਰਨਾ ਹੈ। ਸੋ ਜੇ ਇਕੱਠੇ ਰਹਾਂਗੇ ਤਾਂ ਆਪਾਂ ਇੱਕ ਤੇ ਇੱਕ 11 ਹੋ ਜਾਾਂਗੇ, ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਖਮਿਆਜ਼ੇ ਸਾਨੂੰ ਭੁਗਤਣੇ ਪੈਣੇ। ਇੰਨਾ ਕਹਿੰਦਾ ਹੋਇਆ ਤੁਹਾਡੇ ਕੋਲੋਂ ਮੁਆਫੀ ਮੰਗਦਾ, ਛੋਟਾ ਬੱਚਾ ਤੁਹਾਡਾ, ਮੁਆਫ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।